ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਆਓ ਚੱਲਦੇ ਹਾਂ, ਗੱਲ ਕਰਾਂਗੇ ਪੱਟੀ ਸਾਹਿਬ ਨਾਲ। ਤੁਸੀਂ ਸ਼ਾਮਲ ਹੋ ਸਕਦੇ ਹੋ 905 813 1320। ਭਾਊ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਸਾਡੇ ਕਿ ਸੌਖੀ ਨਹੀਂ ਡਰਾਈਵਰੀ ਬਿੱਲੋ, ਪੈਂਦੇ ਸੱਪਾਂ ਦੀ ਸਰੀ ਤੋਂ ਨੋਟ ਚੱਕਣੇ। ਕਾਂਗਰਸ ਦੀ ਪ੍ਰਧਾਨਗੀ ਕੋਈ ਸੌਖੀ ਨਹੀਂ ਹੈ ਪੰਜਾਬ ਦੇ ਵਿੱਚ, ਜੇਕਰ ਨਵਜੋਤ ਸਿੰਘ ਸਿੱਧੂ ਨੂੰ ਮਿਲ ਵੀ ਜਾਂਦੀ ਹੈ, ਕਿਉਂਕਿ ਹੁਣ ਉਹਨੇ ਪੈਂਤੜਾ ਬਦਲਿਆ, ਪੈਂਤੜਾ ਵੀ ਇਹੋ ਜਿਹਾ ਬਦਲਿਆ। ਠੋਕੋ ਤਾਲੀ ਛੱਡ ਕੇ ਹੁਣ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਜੋ ਇਸ ਵਕਤ ਮੁੱਖ ਮੰਤਰੀ ਨੇ, ਉਹਨਾਂ ਨੇ ਮਾੜਾ ਜਿਹਾ ਐਸ ਆਈਡੀਆ ਕੀਤਾ, ਉੱਤੋਂ ਹੁਕਮ ਹੋਇਆ ਵੀ ਕਾਕਾ ਸ਼ਾਂਤ ਹੋ, ਸ਼ਾਂਤ ਹੋ, ਸ਼ਾਂਤ ਹੋ, ਇੱਧਰ ਨਹੀਂ ਤਵਾ ਲਾਉਣਾ, ਤਵਾ ਦੂਜੇ ਪਾਸੇ ਲਾ। ਤੁਹਾਨੂੰ ਲੱਗਦਾ ਨਹੀਂ ਕਿ ਗੱਲ 'ਚ ਉਸ ਤਰ੍ਹਾਂ ਦੀ ਮਾਲਾ ਪੈ ਜਾਣੀ ਆ? ਬਿਲਕੁਲ ਜੀ, ਇੱਕ ਪ੍ਰਵਰਗ ਹੈਗਾ ਕਿ ਉਸਤੇ ਦੀ ਮਾਲਾ ਪਹਿਨਣਾ ਮਤਲਬ ਬੜਾ ਔਖਾ ਕੰਮ ਮਿਲਣਾ। ਸਿੱਧੂ ਸਾਹਿਬ ਨੂੰ ਪ੍ਰਧਾਨਗੀ ਮਿਲ ਗਈ ਆ, ਉਹਨਾਂ ਦੇ ਨਾਲ 2 ਐਕਟਿੰਗ ਪ੍ਰਧਾਨ ਵੀ ਲਾ ਦਿੱਤੇ ਗਏ। ਦੋ ਬਰਾਦਰੀਆਂ ਨੂੰ ਖੁਸ਼ ਕਰਨ ਵਾਸਤੇ ਦੁਆਬੇ ਦੇ ਵਿੱਚ ਚੌਧਰੀ ਸੰਤੋਖ ਸਿੰਘ ਨੂੰ ਲਾ ਦਿੱਤਾ ਗਿਆ, ਜਿਹੜੇ ਦਲਤ ਨੇ ਮਾਲਵੇ ਚ ਵਿਜੇਂਦਰ ਸਿੰਗਲਾ ਲਾ ਦਿੱਤੇ ਗਏ। ਮਾਝੇ ਨੂੰ ਪ੍ਰਧਾਨ ਬਣਾਤਾ, ਤੇ ਮਾਝੇ ਦਾ ਪ੍ਰਧਾਨ ਬਣਾਤਾ ਕਿਉਂਕਿ ਉਹ ਪਟਿਆਲੇ ਤੋਂ ਵਾਪਸ ਅੰਮ੍ਰਿਤਸਰ ਆ ਗਏ ਨੇ ਜੀ। ਠੀਕ ਨਹੀਂ, ਉਹ ਕਹਿੰਦਾ ਵੀ ਮੈਂ ਵੇਖੋ ਗੱਲ ਹੈ ਕਿ ਮੈਂ ਅੰਮ੍ਰਿਤਸਰ ਨਹੀਂ ਛੱਡ ਕੇ ਜਾਊਂਗਾ। ਜੀ ਜੀ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਸਿੱਧੂ ਸਾਹਿਬ ਉਹ ਟਵਿੱਟਰ ਤੇ ਪ੍ਰਧਾਨਗੀ ਕਰਨਗੇ ਕਿ ਲੋਕਾਂ ਜਾ ਕੇ ਕਰਨ। ਕੰਮ ਬੜਾ ਔਖਾ ਵਾ। ਟੱਕਰ ਕਿਹਦੇ ਨਾਲ ਆ? ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਿਹੜੇ 4 ਵਜੇ ਤੋਂ ਲੈ ਕੇ ਰਾਤ ਦੀ 12 ਵਜੇ ਤੱਕ ਪ੍ਰਚਾਰ। ਤੁਸੀਂ ਵੇਖਿਓ ਆਉਣ ਵਾਲੇ ਸਮੇਂ ਚ ਬਾਪੂ ਨੇ ਬੰਦ ਕਰ ਲਿਆਉਣਾ ਵਾ, ਤੇ ਫਿਰ ਬਾਪੂ ਦੀ ਤੋਰ ਵੇਖਿਓ ਤੁਸੀਂ। ਭਾਵੇਂ ਉਹ 92-93 ਸਾਲ ਦੇ ਹੋ ਗਏ, ਲੇਕਿਨ ਉਹਨਾਂ ਦੀ ਆਵਾਜ਼ ਚੱਲੇ ਉਹੀ ਗੜ, ਉਸੇ ਤਰ੍ਹਾਂ ਹੀ ਆਵਾਜ਼ ਪੂਰੀ ਗੂੰਜਦੀ ਉਹਨਾਂ ਦੀ, ਉਸੇ ਤਰ੍ਹਾਂ ਹੀ ਗੱਲ ਕਰਦੇ ਨੇ, ਆਪਣੇ ਤਰੀਕੇ ਨਾਲ ਗੱਲ ਕਰਦੇ ਆ। ਇਸ ਕਰਕੇ ਸਿੱਧੂ ਸਾਹਿਬ ਨੂੰ ਜਿਹੜਾ ਵਾ ਆਪਣੀ ਜਿਹੜੀ ਕੋਠੀ ਆ ਹੋਲੀ ਸਿਟੀ ਚ ਬਣੀ, ਉੱਥੋਂ ਬਾਹਰ ਆਉਣਾ ਪਊਗਾ, ਲੋਕਾਂ ਦੀਆਂ ਸੱਥਾਂ ਜਾਣਾ ਪਊਗਾ, ਲੋਕਾਂ ਨਾਲ ਜਾ ਕੇ ਵਿਚਾਰ ਕਰਨੇ ਪੈਣਗੇ, ਹਰ ਹਲਕੇ ਜਾ ਕੇ ਮੀਟਿੰਗਾਂ ਕਰਨੀਆਂ ਪੈਣਗੀਆਂ, ਔਰ ਹਰ ਕਦਮ ਸੋਚ ਕੇ ਚੁੱਕਣਾ ਪਵੇਗਾ। ਬਿਲਕੁਲ ਹਰ ਲਫ਼ਜ਼, ਹਰ ਕਦਮ, ਹਰ ਲਫ਼ਜ਼ ਬਿਲਕੁਲ। ਤੇ ਹਰੀਸ਼ ਰਾਵਤ ਹੋਰਾਂ ਦੀ ਇਹਦੀ ਜਾਣਕਾਰੀ ਦਿੱਤੀ ਹੈ ਤੇ ਰਸਮੀ ਤੌਰ ਤੇ ਇਹ 3 ਨਿਯੁਕਤੀਆਂ ਦਾ ਜੇ ਐਲਾਨ ਪਾਰਟੀ ਨੇ ਕਰਨਾ। ਜਿਹੜੇ ਪ੍ਰਤਾਪ ਸਿੰਘ ਬਾਜਵਾ ਨੂੰ ਚੋਣ ਮੈਨੀਫੈਸਟੋ ਦਾ ਚੇਅਰਮੈਨ ਬਣਾਤਾ ਜੀ। ਤੁਸੀਂ ਚੋਣ ਮੈਨੀਫੈਸਟੋ ਬਣਾਓ, ਰੁੱਝੋ ਉੱਤੇ ਕਿਵੇਂ ਕਰਨਾ, ਕੀ ਚੰਗੀ ਗੱਲ ਹੈ, ਸਾਰੇ ਬੰਦੇ ਨੂੰ ਕੰਮ ਮਿਲਣਾ ਚਾਹੀਦਾ। ਲੇਕਿਨ ਉਹ ਕਹਿ ਚੁੱਕਿਆ ਕਿ ਮੈਂ ਵਿਧਾਨ ਸਭਾ ਦੀ ਚੋਣ ਲੜਨੀ ਆ, ਜਾਂ ਤੇ ਉਹ ਆਪਣੀ ਲੋਕ ਸਭਾ ਦੀ ਪੱਕੀ ਕਰਦੇ ਆ, ਤੇ ਜਾਂ ਉਹਨਾਂ ਨੂੰ ਆਹ ਸੀ ਵੀ ਸ਼ਾਇਦ ਮੇਰਾ ਦਾ ਲੱਗੇ। ਗੱਲ ਤੇ ਸਿਰਫ ਇਹ ਆ ਵੀ ਜਿਹੜੀ ਮੁੱਖ ਮੰਤਰੀ ਸਿਰਫ ਸ਼ਿੜਕੇ ਦੀ ਪੱਕੀ ਨਹੀਂ, ਸਮਾਂ ਦੱਸੂਗਾ ਕਿਹਨੂੰ ਮਿਲਦੀ ਹੈ। ਲੇਕਿਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਹਿ ਦਿੱਤਾ ਗਿਆ ਭਾਈ ਤੁਸੀਂ ਦੋਵਾਂ ਨੇ ਇੱਕ ਦੂਜੇ ਨਾਲ ਮਿਲ ਕੇ ਚੱਲਣਾ, ਤੇ ਇਹ ਸਿੱਧੂ ਨੂੰ ਵੀ ਕਹਿ ਦਿੱਤਾ ਗਿਆ। ਹੁਣ ਜਿਹੜੇ ਆਪਣੇ ਤੀਰ ਨੇ ਨਾ, ਉਹ ਵਿਰੋਧੀਆਂ ਸੁੱਟ ਆਪਣੇ ਵਾਲੇ ਪਾਸੇ। ਸਿੱਧੂ ਸਾਹਿਬ ਕਿੰਨੀ ਕੁ ਕਾਮਯਾਬ ਹੁੰਦੇ ਆ, ਕਿੰਨੇ ਕੁ ਕਾਮਯਾਬ ਨਹੀਂ ਹੁੰਦੇ। ਵੈਸੇ ਤੇ ਜਿਹੜੇ 2 ਬੰਦੇ ਲਾਏ ਆ, ਜਿਹੜੇ ਸਿੰਗਲਾ ਸਾਹਿਬ, ਉਹ ਵੀ ਨੌਜਵਾਨ ਬੰਦੇ ਨੇ, ਚੌਧਰੀ ਸੰਤੋਖ ਸਿੰਘ ਗੁੜੇ ਹੋਏ ਸਿਆਸਤਦਾਨ, ਉਹਨਾਂ ਨੂੰ ਪਤਾ ਕੰਮ ਕਿਵੇਂ ਕਰਨਾ। ਇਹਦੇ ਵਿੱਚ ਜਿਹੜੀ ਬਾਕੀ ਪਨੀਰੀ ਆ, ਜਿਹੜੇ ਦੂਦੋ ਸਾਹਿਬ ਵਗੈਰਾ ਜਿਹੜੇ ਕਹਿੰਦੇ ਸੀ ਵੇਖੋ ਜੀ ਟਕਸਾਲੀ ਕਾਂਗਰਸ ਦੇ ਪ੍ਰਧਾਨ ਬਣਨਾ ਚਾਹੀਦਾ, ਅਰੇ ਸਿੱਧੂ ਤੇ ਵਿਰੋਧੀ ਨਹੀਂ ਤੇ ਹੈਗੇ, ਅਸੀਂ ਟਕਸਾਲੀਆਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੀ ਹੁੱਤੀ ਦਿੱਤੀ, ਆਪਣੇ ਜੀਆਂ ਦੀ ਹੁੱਤੀ ਦਿੱਤੀ ਪਿਛਲੇ ਸਮੇਂ ਤੇ, ਉਹਨਾਂ ਦੇ ਵਿੱਚੋਂ ਇਹ ਨਿਯੁਕਤੀਆਂ ਹੋਣ ਤੇ ਚੰਗੀ ਗੱਲ ਆ। ਤੇ ਸਿੱਧੂ ਸਾਹਿਬ ਦੀ ਜ਼ਿੰਦਗੀ ਦਾ ਇਹ ਪਹਿਲਾ ਟੈਸਟ ਆ। ਕ੍ਰਿਕਟ ਟੈਸਟ ਬੜੇ ਵੇਖੇ ਹੋਣਗੇ, ਸਿਆਸੀ ਤੌਰ ਤੇ ਇਹ ਪਹਿਲਾ ਟੈਸਟ ਉਹਨਾਂ ਦਾ। ਲੇਕਿਨ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜਦੋਂ 2004 ਵਿੱਚ ਸਿੱਧੂ ਸਾਹਿਬ ਨੇ ਇੱਕ ਪੈਰ ਰੱਖਿਆ ਸੀ ਸਿਆਸਤ ਦੇ ਵਿੱਚ, ਉਸ ਟਾਈਮ ਤੇ ਇਹ ਪਾਕਿਸਤਾਨ ਦੇ ਵਿੱਚ ਕਮੈਂਟਰੀ ਕਰਨ ਗਏ ਸੀ। ਇਹਨਾਂ ਨਾ ਕਰਤੀ ਵੀ ਨਹੀਂ ਮੈਂ ਸਿਆਸਤ ਨਹੀਂ ਹੋਣਾ, ਤੇ ਵਾਜਪਾਈ ਸਾਹਿਬ ਨੇ ਆਪ ਫੋਨ ਕੀਤਾ ਸੀ ਵੀ ਤੂੰ ਮੇਰਾ ਪੁੱਤਰ ਹੈ ਕਿ ਨਹੀਂ ਪੁੱਤਰ ਹੈ? ਪੁੱਤਰ ਹੈ ਜੀ। ਕਹਿੰਦਾ ਫਿਰ ਤੁਸੀਂ ਬਾਪ ਕਹਿੰਦਾ ਤੇ ਅੱਜ
ਇੱਥੋਂ ਤੱਕ ਮਾਣ ਸਤਿਕਾਰ ਭਾਜਪਾ ਨੇ ਦਿੱਤਾ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦੇ ਜਦੋਂ ਇਹ ਵਾਘਾ ਸਰਹੱਦ ਪਾਰ ਕੀਤੀ ਸੀ ਤੇ ਮੇਰੇ ਖਿਆਲ ਘੱਟੋ ਘੱਟ 2 ਕਿਲੋਮੀਟਰ ਲੋਕ ਖਲੋਤੇ ਸੀ ਵੇਖਣ ਵਾਸਤੇ ਸਿੱਧੂ ਸਾਹਿਬ ਆ ਗਏ। ਸਿੱਧੂ ਸਾਹਿਬ ਬੜੀ ਵੱਡੀ ਗਿਣਤੀ 'ਚ ਪੁਲਿਸ ਲਾ ਕੇ ਨੂੰ ਕੱਢ ਕੇ ਲਿਆ ਸੀ ਉੱਥੋਂ ਕਿ ਸਿੱਧੂ ਸਾਹਿਬ ਨੇ ਜਾਣਾ ਵਾ, ਮੁੜ ਕੇ ਮੱਥਾ ਵੀ ਟੇਕਣਾ ਦਰਬਾਰ ਤੇ। ਕੋਈ ਨਾ ਸਭ ਤੋਂ ਪਹਿਲਾਂ ਮੱਥਾ ਟੇਕਣ ਗਿਆ ਸੀ, ਕਹਿੰਦਾ ਨਾ ਇਹਨਾਂ ਗੁਰੂ ਦਾ ਆਸ਼ੀਰਵਾਦ ਲੈਣਾ, ਅਗਲੀ ਗੱਲ ਫਿਰ ਕਰਨੀ। ਹੁਣ ਵੀ ਸਿੱਧੂ ਸਾਹਿਬ ਤੋਂ ਬਾਹਰ ਨਿਕਲ ਗਏ, ਨੌਜਵਾਨਾਂ ਦੀ ਭੀੜ ਉਹਨਾਂ ਦੇ ਪਿੱਛੇ ਪਿੱਛੇ ਤੇ ਅੱਗੇ ਅੱਗੇ ਚੱਲਿਆ ਕਰੇਗੀ, ਕਿਉਂਕਿ ਨੌਜਵਾਨਾਂ ਦਿਲਾਂ ਦੀ ਧੜਕਣ ਤੇ ਨੌਜਵਾਨ ਜਿਸ ਪਾਸੇ ਚੱਲ ਪਣ ਉਸ ਪਾਸੇ ਕੰਮ ਸ਼ੁਰੂ ਹੋ ਜਾਂਦਾ ਹੁੰਦਾ ਜੀ। ਹੁਣ ਵੇਖਣਾ ਇਹ ਆ ਕਿ ਸਿੱਧੂ ਸਾਹਿਬ ਬਾਹਰ ਨਿਕਲਦੇ ਆ ਕਿ ਅੰਦਰੋਂ ਪ੍ਰਚਾਰ ਕਰਦੇ ਆ, ਕਿਵੇਂ ਕਰਦੇ ਆ, ਕੌਣ ਕੌਣ ਉਹਨੇ ਲੱਤਾਂ ਖਿੱਚਦਾ ਵਾ, ਕਿਹਨੂੰ ਕਿਹਨੂੰ ਉਹ ਸਨੱਬ ਕਰਦੇ, ਇਹ ਵੇਖਣਾ ਸਮਾਂ ਦੱਸੂਗਾ ਵੀ ਸਮੇਂ ਕੀ ਕੁਛ ਵਾਪਰਦਾ। ਔਰ ਸਿੱਧੂ ਸਾਹਿਬ ਨੂੰ ਇੱਕ ਨਸੀਹਤ, ਉਮਰ 'ਚ ਵੱਡੇ ਆ, ਠੋਕੋ ਤਾਲੀ, ਤਜਰਬਾ ਬੜਾ, ਐਕਸਪੀਰੀਅੰਸ ਬੜਾ ਹੈ। ਜੀ ਜੀ ਸਿੱਧੂ ਸਾਹਿਬ ਸ਼ਾਹੀ ਲਾਤਾ ਆਰਪੀ, ਕਿਆ ਬਾਤ ਹੈ, ਲੋਗੋ ਲਾਤਾ ਵੀ ਤੁਸੀਂ, ਇਹ ਲੋਗੋ ਮੰਗੋ ਪੱਟੀ ਸਾਹਿਬ ਨੂੰ ਤੇ ਲੱਗੇ ਨਾ ਕਿਤੇ, ਕਿਆ ਬਾਤ, ਲੋਗੋ ਲੱਗ ਗਿਆ। ਭੇਜਿਆ ਪੋਸੇ ਬੰਦਾ ਭੇਜਦਾ ਪਰ ਲੈ ਕੇ ਲਾ ਕੇ ਇੱਕ ਥੱਲੇ ਵੀ ਲਾ ਲਓ, ਏਦਾਂ ਕਰਦੇ ਆ ਵੀ ਦੇਖੇ ਨਾ ਘੁੱਟ ਭਰਦੇ ਆ। ਹਾਂਜੀ ਵੇਖ ਲਓ, ਠੀਕ ਠੀਕ ਹੈ, ਉਹ ਲਵਾ ਦਿੰਦੇ। ਸਿੱਧੂ ਸਾਹਿਬ ਨੂੰ ਇਹ ਜਿਹੜੀ ਹੈ ਇੱਕ ਉਹਨਾਂ ਦੇ ਇੱਥੇ ਚਾਹੁਣ ਵਾਲੇ ਵੀ ਹੋਣਗੇ ਕਿ ਸ਼ਾਹੀ ਅੰਦਾਜ਼ ਜਿਹੜਾ ਪਟਿਆਲੇ ਦਾ ਲੋਕਾਂ ਨੇ ਦੇਖ ਲਿਆ। ਤੁਸੀਂ ਪਟਿਆਲੇ ਤੋਂ ਕਿਤੇ ਨਾ ਹੋਵੇ ਕਿਤੇ ਝੂਠਾ ਖਾਦਾ ਹੋਵੇ ਕਿ ਤੁਸੀਂ ਵੀ ਮੁੜ ਕੇ ਪਹਾੜਾਂ ਨੂੰ ਚੱਲ ਜਾਓ, ਜਾਂ ਆਪਣੇ ਉਹ ਆਲੀਸ਼ਾਨ ਕੋਠੀ ਅੰਮ੍ਰਿਤਸਰ ਵਾਲੀ ਜਿਹੜੀ ਉਹਦੇ ਵਿੱਚੋਂ ਬਾਹਰ ਹੀ ਨਾ ਨਿਕਲੋ। ਲੋਕਾਂ ਦੇ ਵਿੱਚ ਵਿਚਰਨਾ ਪੈਣਾ, ਲੋਕਾਂ ਦੀਆਂ ਸੁਣਨੀਆਂ ਪੈਣੀਆਂ, ਹਰ ਗੱਲ ਸੋਚ ਕੇ ਸਮਝ ਕੇ ਕਦਮ ਜਿਹੜਾ ਹੈ ਬੜੇ ਸੰਜੀਦਗੀ ਨਾਲ ਪੁੱਟਣ ਦਾ ਸਮਾਂ ਤੁਹਾਡਾ ਇਮਤਿਹਾਨ ਹੈ। ਗੁਗਲੀ ਖੇਡਣ ਦਾ ਮੌਕਾ ਹੈ, ਤੁਸੀਂ ਬੈਟਿੰਗ ਵੀ ਕੀਤੀ ਹੈ, ਤੁਸੀਂ ਗੁਗਲੀਆਂ ਵੀ ਮਾਰੀਆਂ। ਹੁਣ ਪੰਜਾਬ ਦੇ ਨੌਜਵਾਨਾਂ ਦਾ ਇੱਕ ਬਹੁਤ ਵੱਡਾ ਦਲ ਹੈ ਜਿਹੜਾ ਤੁਹਾਡੇ ਨਾਲ ਜੁੜਨਾ ਤੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ। ਖੈਰ ਸ੍ਰੀ ਦਰਬਾਰ ਸਾਹਿਬ ਚੱਲਾਂਗੇ। ਅੱਜ ਦੀ ਡੇਟ ਦੇ ਵਿੱਚ ਜਿਹੜਾ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਬਿਲਕੁਲ ਹਾਸ਼ੀਏ ਤੇ ਪਈ, ਸਾਰੀ ਸਿਆਸਤ। ਬਿਲਕੁਲ ਬਿਲਕੁਲ ਬਿਲਕੁਲ, ਕਿਸੇ ਨੂੰ ਕੱਖ ਨਹੀਂ ਪਤਾ ਕੀ ਹੋਣ ਵਾਲਾ। ਜੀ ਅੱਜ ਦੀ ਡੇਟ ਦੇ ਵਿੱਚ ਇਹ ਅੱਜ ਚੋਣ ਹੋ ਜੇ ਤੇ ਅੱਜ ਦੀ ਡੇਟ 'ਚ ਹੰਗ ਸਰਕਾਰ ਬਣ ਗਈ ਪੰਜਾਬ ਦੇ ਵਿੱਚ। ਛੜੱਪੇ ਮਾਰ ਕੇ ਆਉਣ ਵਾਲਿਆਂ ਤੋਂ ਵੀ ਸੁਚੇਤ ਹੋਣਾ ਪਵੇਗਾ। ਬਿਲਕੁਲ, ਪਹਿਲਾਂ ਕਿਹਾ ਕਿ ਜਿਹੜੇ ਧੱਕੇ ਮਾਰਨ ਵਾਲੇ, ਸਲੱਬ ਕਰਨ ਵਾਲੇ, ਉਹਨਾਂ ਦੀ ਜਿਹਨਾਂ ਨੂੰ ਸਲੱਬ ਕਰਨਾ, ਉਹ ਦੋਵਾਂ ਦਾ ਖਿਆਲ ਰੱਖਣਾ ਪਊਗਾ। ਬਿਲਕੁਲ। ਪੱਟੀ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਨਾਲ ਲੱਗਦੇ ਗਲਿਆਰੇ ਦੇ ਵਿੱਚੋਂ ਇੱਕ ਜ਼ਮੀਨ ਦੀ ਖੁਦਾਈ ਦਰਮਿਆਨ ਕਹਿੰਦੇ ਸੁਰੰਗ ਨਿਕਲੀ ਆ, ਔਰ ਉੱਥੇ ਇਹਦੇ ਬਾਅਦ ਸਿੱਖ ਸਦਭਾਵਨਾ ਦਲ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਉੱਥੇ ਹੁਣ ਕੀ ਕਹੀਏ ਜਿਹੜੇ ਚੋਬਦਾਨ ਜਾਂ ਜਿਹੜੇ ਸਿਕਿਉਰਿਟੀ ਪਰਸਨ ਜਾਂ ਲੱਠਮਾਰ, ਉਹਨਾਂ ਦੇ ਵਿੱਚ ਤਾਂ ਕੰਮ ਕੀ ਹੈ? ਇੱਕ ਬਜ਼ੁਰਗ ਫੱਟੜ ਹੋਣ ਦੀ ਖਬਰ ਹੈ, SDM ਨੇ ਇਹ ਤੇ ਖੁਦਾਈ ਤੇ ਰੋਕ ਲਾਤੀ, ਕੀ ਇਹ ਮਾਮਲਾ ਹੈ? ਬੇਸਿਕਲੀ ਤੁਸੀਂ ਜਾਓ ਨਾ ਅਕਾਲ ਤਖਤ ਵਾਲੇ ਪਾਸੇ, ਹਾਂਜੀ, ਜਿੱਥੇ ਅਕਾਲ ਤਖਤ ਦਾ ਸੈਕਟਰੀਏਟ ਵੀ ਹੈ, ਹਾਂਜੀ, ਉਸ ਪਾਸੇ ਜੇ ਤੁਸੀਂ ਐਂਟਰ ਕਰੋ, ਦਰਬਾਰ ਸਾਹਿਬ ਦੇ ਝੰਡੇ ਬੁੱਗੇ ਆ, ਹਾਂਜੀ, ਉਹਦੇ ਨਾਲ ਇੱਕ ਜੋੜਾ ਘਰ ਬਣਿਆ। ਜਦੋਂ ਉਹ ਜੋੜਾ ਘਰ ਬਣਿਆ ਉਦੋਂ ਵੀ ਇਤਰਾਜ਼ ਕੀਤਾ ਸੀ ਪੁੱਡਾ ਵਾਲਿਆਂ ਨੇ ਕਿ ਇਹ ਗਲਿਆਰੇ ਦੀ ਜਗ੍ਹਾ ਪਾਈ, ਤੁਸੀਂ ਵਰਤ ਨਹੀਂ ਸਕਦੇ। ਉਹ ਤਾਂ ਮੈਂ ਵੀ ਉੱਥੇ ਜਦੋਂ ਆਏ ਸੀ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਸਾਰੀ ਜਗ੍ਹਾ ਤੇ ਗੁਰੂ ਰਾਮਦਾਸ ਦੇ ਪੈਸੇ ਦੇ ਕੇ ਗਲਿਆਰਾ ਬਾਬਾ ਲੱਗਦਾ ਇੱਥੇ। ਉਹ ਚਲੋ ਹਾਸਾ ਹੁਸਾ ਪੈ ਗਿਆ ਚੱਲੇ ਕਿ ਮੈਂ ਕਿਹਾ ਜੀ ਉਹਨਾਂ ਨੇ ਬਣਾਉਣਾ ਉਹ ਜੋੜਾ ਘਰ ਬਣਾ ਲੈਂਦੇ ਕੀ ਫਰਕ ਪੈਂਦਾ ਇੱਥੇ। ਉਹ ਜੋੜਾ ਘਰ ਬਣ ਗਿਆ। ਜੋੜਾ ਘਰ ਧਰਤੀ ਦੀ ਪਲਟ ਲੈਵਲ ਤੇ ਬਣਿਆ। ਅੱਜ ਇਹਨਾਂ ਜਿਹੜਾ ਅਕਾਲ ਤਖਤ ਦੇ ਨਾਲ ਜਿਹੜਾ ਪੂਰੇ ਪਾਸੇ ਤੋਂ ਲੈ ਕੇ ਤੇ ਘੱਟੋ ਘੱਟ ਮੇਰੇ ਖਿਆਲ ਕੋਈ 10-15 ਫੁੱਟ ਥੱਲੇ ਪੁੱਟ ਦਿੱਤੀ ਜਗ੍ਹਾ। ਅੱਛਾ ਜੀ। ਪਿਛਲੇ ਪਾਸੇ ਦੀ ਗਲਿਆਰਾ ਜਿਹੜਾ ਸੀ ਸਾਰਾ ਪੁੱਟ ਕੇ ਤੇ ਅਕਾਲ ਤਖਤ ਦੇ ਪਿਛਲੇ ਪਾਸੇ ਚਲੇ ਗਏ। ਉਹਦੇ ਵਿੱਚੋਂ ਥੱਲੇ ਇੱਕ ਸੁਰੰਗ ਨਿਕਲੀ। ਸੁਰੰਗ ਆ ਅਸਲੀ ਆ ਜਾਂ ਇਮਾਰਤ ਇਹ ਨਹੀਂ ਪਤਾ। ਉਹ ਸੁਰੰਗ ਟਾਈਪ ਲੱਗਦੀ ਹੈ ਜੀ, ਸੁਰੰਗ ਹੁੰਦੀ ਹੈ ਛੋਟੀ ਨਾਲ 6 ਇੰਚ ਦੀ ਬਣੀ। ਉਹਦੇ ਵਿੱਚ ਜਿਹੜੇ ਸਿੱਖ ਸਦਭਾਵਨਾ ਦਲ ਦੇ ਬੰਦੇ ਸੀ ਕਹਿੰਦੇ ਸੀ ਕਿ ਇਹਨੂੰ ਤੋੜੋ ਨਾ, ਇਹ ਸਗੋਂ ਵੇਖੋ ਸਾਡੀ ਵਿਰਾਸਤ ਕੀ ਹੈ। ਬਿਲਕੁਲ ਸਹੀ ਗੱਲ ਹੈ। ਇਹ ਸਾਡੀ ਸੁਰੰਗ ਆ ਕੋਈ ਜਾਂ ਕੋਈ ਸੰਸਲੀ ਆ, ਕੀ ਹੈ ਕੀ ਨਹੀਂ, ਨਾ ਤੋੜੋ। ਜਿਹੜੇ ਗੁੰਡੇ ਨੇ ਇਹਨਾਂ ਦੇ ਆਪਣੇ ਦੇ ਭਾਈ ਭੂਰੀ ਵਾਲਿਆਂ ਦੇ ਤੁਹਾਨੂੰ ਪਤਾ ਪੜ੍ਹ ਲਿਖ ਜਿੰਨੇ ਹੁੰਦੇ ਆ, ਗੱਲ ਪੈ ਕੇ ਤੂੰ ਸਾਨੂੰ ਰੋਕਣ ਵਾਲਾ ਹੁੰਦਾ। ਇਹਨਾਂ ਨੇ ਹੁਣ ਅਮਰਧਾਰੀ ਸਿੰਘ ਇਹਨਾਂ ਦੀ ਕਿਰਪਾਨਾਂ ਫੜੀ ਹੁੰਦੀ, ਇਹਨੇ ਕਿਰਪਾਨਾਂ ਖੋਲੀਏ, ਧੱਕੇ ਧੁੱਕੇ ਮਾਰੇ, ਇੱਕ ਨੂੰ ਸਰਿਆ ਮਾਰੀ, ਇੱਕ ਬਜ਼ੁਰਗ ਫੱਟੜ ਹੋ ਗਿਆ, ਇੱਕ ਬੰਦਾ ਦੋ ਬੰਦੇ ਫੱਟੜ ਹੋ ਗਏ।
ਉਹ ਕਹਿੰਦੇ ਭਾਈ ਅਸੀਂ ਲੰਚ ਤੁਹਾਡੇ ਨਾਲ ਆਏ ਹੀ ਨਹੀਂ, ਅਸੀਂ ਤਾਂ ਤੁਹਾਨੂੰ ਇਹ ਗੱਲ ਕਹੀ ਆ ਵੀ ਇਹਨੂੰ ਪੂਰੋ ਨਾ, ਇਹਦੀ ਸਗੋਂ ਖੁਦਾਈ ਕਰਕੇ ਜੇ ਥੱਲੇ ਕੋਈ ਇਮਾਰਤ ਹੈਗੀ ਆ, ਸੁੰਦਰ ਇਮਾਰਤ ਹੈਗੀ ਆ, ਉਹ ਵੇਖਿਓ ਜੀ ਸਾਡੇ ਜਿਹੜਾ ਕਹਿੰਦਾ ਸੀ ਤੇ ਪਿੰਡਾਂ ਵਾਲੇ ਦੀ ਜਿਹੜੀ ਪਲੇਟ ਨਹੀਂ ਲੱਗੂਗੀ ਜਾਂ ਤੁਹਾਨੂੰ ਅੱਜ ਕੱਲ ਉਹ ਬੰਦਾ ਦਰਬਾਰ ਸਾਹਿਬ ਦਾ ਮੈਨੇਜਰ ਹੈ ਜੋ ਐਡੀਸ਼ਨ ਮੈਨੇਜਰ ਕਿਸੇ ਦੇ ਹੁੰਦਾ ਸੀ। ਜਦੋਂ ਉਹ ਸਾਡੀ ਯਾਦਗਾਰ ਸ਼ਹੀਦਾਂ ਦੀ ਯਾਦਗਾਰ ਬਣੀ ਆ, ਉਹਦੀ ਯਾਦਗਾਰ ਦਾ ਇਤਿਹਾਸ ਲਾਉਣ ਲੱਗੇ ਸੀ ਤੇ ਇਹ ਲਾਉਣੀ ਨਾ ਨਹੀਂ ਲਾਉਂਦੇ ਸੀ ਐਡੀਸ਼ਨ ਵਜੇ ਸੀ। ਉਦੋਂ ਕਿਰਪਾਨਾਂ ਖਿੱਚੀਆਂ ਗਈਆਂ ਸੀ, ਲੜਾਈ ਹੋਣ ਲੱਗੀ ਸੀ, ਸੰਗਤਾਂ ਨੇ ਕੀਤਾ ਕਿ ਬੜੀ ਮੁਸ਼ਕਲ ਰੋਕਿਆ ਸੀਗਾ। ਇਹ ਬੰਦੂਕਾਂ ਲੈ ਕੇ ਆਇਆ ਸੀਗਾ, ਬੰਦੇ ਲੈ ਕੇ ਆਇਆ ਸੀ, ਗੁੰਡੇ ਲੈ ਕੇ ਆਇਆ ਸੀ। ਉਹਨਾਂ ਕਹਿੰਦੀ ਤੁਸੀਂ ਚਲੇ ਜਾਓ ਸਰਿਆ ਕੇ ਬਾਬਾ ਜੀ ਨਾਲ ਗੱਲ ਕਰ ਰਾਤ ਦੇ ਸਮੇਂ। ਹੁਣ ਵੀ ਇਹਨੇ ਕਿਹਾ ਆਂਦਾ ਓਏ ਗੱਲ ਸੁਣੋ, ਵੱਡਾ ਬੜਿਆ ਫਿਰਦਾ ਸਿੰਪਲ ਗੱਦਾਲਾ, ਸਾਨੂੰ ਯਾਦ ਹੈ ਕਿਵੇਂ ਕੰਮ ਕਰਨਾ। ਕਹਿੰਦਾ ਭਾਜੀ ਕੰਮ ਕਰਨ ਤੋਂ ਰੋਕੇ ਨਹੀਂ ਅਸੀਂ, ਅਸੀਂ ਤੇ ਸਰ ਤੁਹਾਨੂੰ ਇਹ ਗੱਲ ਕਹੀ ਆ ਵੀ ਆਹ ਸਾਡੀ ਵਿਰਾਸਤ ਜੇ ਹੈਗੀ, ਇਹਨੂੰ ਬਚਾ ਲਓ। ਇਹ ਕੀ ਹੈ ਵੇਖੋ ਤੁਸੀਂ ਧਿਆਨ ਨਾਲ। ਉਹ ਫਿਰ ਜਦੋਂ ਰੌਲਾ ਪੈ ਗਿਆ, ਧੱਕੇ ਧੁੱਕੇ ਵੱਜੇ ਉੱਥੇ, ਧੱਕੇ ਤੇ ਗਈ ਪੁਲਿਸ ਆ ਗਈ, ਪੁਲਿਸ ਦੇ ਫਿਰ ਉੱਪਰ ਇਨਫੋਰਮ ਕੀਤਾ ਤੇ ਬਕਾਇਦਾ ਤੌਰ ਤੇ ਐਸਡੀਐਮ ਆਇਆ। ਐਸਡੀਐਮ ਨੇ ਕਿਹਾ ਵੀ ਇਹ ਜਗ੍ਹਾ ਸਰਕਾਰ ਦੀ ਆ, ਕੀ ਤੁਸੀਂ ਇਹਨੂੰ ਪੁੱਟਣ ਤੋਂ ਪਹਿਲਾਂ ਪਰਮਿਸ਼ਨ ਲਈ? ਕੋਈ ਜਵਾਬ ਨਹੀਂ। ਜੇ ਤੁਸੀਂ ਜੋੜਾ ਕਰ ਵੱਡਾ ਕਰਨਾ ਤੇ ਤੁਸੀਂ ਆਰਾਮ ਨਾਲ ਕਰ ਸਕਦੇ ਸੀ, ਜਗ੍ਹਾ ਬੜੀ ਖਾਲੀ ਪਈ ਸੀ। ਚਾਵਲਾ ਸਾਹਿਬ ਉਹਦੇ ਨਾਲ ਇੱਕ ਲੰਗਰ ਚੱਲਦਾ ਸੀ ਬੜਾ ਪੁਰਾਣਾ, ਹਾਂਜੀ, ਉਹਦੇ ਭਾਂਡੇ ਚੁਕਾਏ ਪਹਿਲਾਂ, ਹਾਂਜੀ ਉਹਦੇ ਭਾਂਡੇ ਚੁੱਕ ਕੇ ਲੈ ਗਏ, ਉਹਨਾਂ ਨੂੰ ਧੱਕੇ ਧੁੱਕੇ ਮਾਰੇ। ਪਹਿਲਾਂ ਉਹਨਾਂ ਦੇ ਪ੍ਰਸ਼ਾਦੇ ਬੰਦ ਕਰੇ, ਤੁਸੀਂ ਚਾਹ ਜਾ ਸਕਦੇ, ਰੋਟੀ ਨਹੀਂ ਪਕਾ ਸਕਦੇ। ਮੱਕੜ ਦੇ ਟਾਈਮ ਤੇ ਇੱਕ ਇਹਨਾਂ ਦਾ ਹੈਗਾ ਸੀ, ਉਹਦਾ ਪੀਏ ਸੀ ਮਨਜੀਤ ਸਿੰਘ, ਉਹਨੇ ਵੀ ਬੰਦ ਕਰਾਇਆ ਸੀ ਇੱਕ ਵਾਰੀ, ਲੇਕਿਨ ਅੱਜ ਬੰਦ ਹੋਇਆ ਫਿਰਦਾ। ਅੱਜ ਮੇਰੇ ਖਿਆਲ 1.5 ਸਾਲ ਹੋ ਗਿਆ ਸਸਪੈਂਡ ਹੋਏ, ਬਹਾਲ ਨਹੀਂ ਮੁੜ ਕੇ ਇੱਥੇ ਹੋਇਆ। ਇਹ ਗੁਰੂ ਘਰ ਆ, ਜਿਹਨੇ ਵੀ ਗੁਰੂ ਘਰ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕੀਤੀ ਆ ਉਹਦਾ ਫਿਰ ਹਜਣ ਮਾੜਾ ਹੀ ਹੋਇਆ। ਚੰਗਾ ਨਹੀਂ ਆ ਵੇਖ ਲਓ। ਹਾਂ ਹੁਣ ਸੁੱਚਾ ਸਾਬਤ ਕਰਨ ਵਾਸਤੇ ਆਪਣੇ ਆਪ ਨੂੰ ਵੀ ਮੈਂ ਬਹੁਤ ਸੋਚਾਂ। ਕਿੰਨੇ ਦਿਨ ਹੋ ਗਏ? 76 ਦਿਨ ਹੋ ਗਏ ਨਾ ਤਰਲੇ ਲੈਂਦਾ ਗੁਰੂ ਮਹਾਰਾਜ ਦੇ ਦਰਬਾਰ ਜਾ ਕੇ। 80 ਤੋਂ ਉੱਪਰ ਹੋ ਗਏ। ਚਲੋ ਉਦੋਂ 76 ਸੀ ਜਿੱਦਣ ਮੈਂ ਸੁਣਿਆ, 4 ਹੋਰ ਲਾ ਲਓ। ਤੇ ਇਹੀ ਹੈ ਜਿਹਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿੱਥੇ ਪਰੰਪਰਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਲਾਈ ਸੀਗੀ। ਹਾਂਜੀ ਚਾਵਲਾ ਸਾਹਿਬ ਗੱਲ ਜਿਹੜੀ ਗੱਲ ਮੇਰੀ ਗੱਲ ਕਰਨ ਲੱਗਾ ਜੀ, ਮੈਂ ਗੱਲ ਕਰਨ ਲੱਗਾ ਸਾਹਿਬ ਵੀ ਜਿਹੜੇ ਕਾਰ ਸੇਵਾ ਵਾਲੇ ਆ ਉਹ ਸ਼ਾਂਤੀ ਦੇ ਪੁੰਜ ਦਿੰਦੇ, ਉਹ ਕਹਿੰਦੇ ਜੀ ਐਗਜ਼ੀਕਿਊਸ਼ਨ ਆ ਗਈ ਹੈ, ਤੁਸੀਂ ਗੱਲ ਕਰ ਲਓ, ਅਸੀਂ ਕੰਮ ਬੰਦ ਕਰ ਦਿੰਦੇ। ਜਿਹੜੇ ਭੂਰੀ ਵਾਲੇ ਆਪਣੇ ਸੰਤ ਭੂਰੀ ਵਾਲੇ ਆ, ਜੇ ਤੁਸੀਂ ਇਹੋ ਜਿਹੇ ਗੁੰਡੇ ਰੱਖੇ ਤੇ ਇਟਸ ਵੈਰੀ ਸੈਡ। ਇਹ ਬਹੁਤ ਮਾੜੀ ਗੱਲ ਆ। ਤੁਹਾਡਾ ਤੇ ਫਿਰ ਐਗਜ਼ੀਕਿਊਸ਼ਨ ਫਰਕ ਹੀ ਹੋਇਆ ਜੀ। ਗੱਲ ਏਦਾਂ ਵਾ ਪੱਟੀ ਸਾਹਿਬ ਕਿ ਜਿਹੜੇ ਸੰਤਾਂ ਦੀ ਤੁਸੀਂ ਗੱਲ ਕਰਦੇ ਹੋ, ਜਿਹੜੇ ਸ੍ਰੀ ਤਰਨਤਾਰਨ ਸਾਹਿਬ ਦੀ ਜਿਹੜੀ ਇਤਿਹਾਸਕ ਦਰਸ਼ਨੀ ਡਿਊੜੀ ਜਿਹੜੀ ਬਣਾਈ ਯੋਧਿਆਂ ਨੇ ਉਸ ਵਕਤ ਦੀ, ਉਹਨੂੰ ਰਾਤ ਦੇ ਅੰਧੇਰੇ ਦੇ ਵਿੱਚ ਸੇਵਾ ਕਰਨ ਵਾਲਾ ਜਿਹੜਾ ਦਲ ਹੈ ਉਹ ਆ। ਤੇ ਫਿਰ ਇਹਨਾਂ ਦੇ ਵਿੱਚ ਫਰਕ ਕੀ? ਇਹਨਾਂ ਨੂੰ ਪਤਾ ਹੀ ਕੋਈ ਨਹੀਂ। ਇਹਨਾਂ ਨੂੰ ਤਾਂ ਸਿਰਫ ਉੱਥੇ ਗੋਲਕਾਂ ਦੀ ਸੇਵਾ ਸੰਭਾਲ ਵਾਸਤੇ ਸ਼ੀਸ਼ੇ ਦੇ ਲਾ ਕੇ ਕਮਰੇ ਵਿੱਚ ਏਸੀ ਲਾ ਕੇ ਤੇ ਵਿੱਚ ਵੱਡੀ ਸਾਰੀ ਗੂਗੜ ਵਾਲਾ ਬਿਠਾਉਣਾ ਪਤਾ। ਹਾਂਜੀ, ਤੇ ਉਹਨੂੰ 2 ਟੰਗ 3 ਟੰਗ ਦੀ ਜਿਹੜੀ ਦੁਪਹਿਰੇ ਸਕੰਜਵੀ ਵੀ ਚਾਹੀਦੀ ਹੈ, ਗਰਮੀ ਹੈ, ਤੇ ਫਿਰ ਸਰਦੀਆਂ ਦੇ ਵਿੱਚ ਬਦਾਮਾਂ ਵਾਲਾ ਦੁੱਧ ਵੀ ਚਾਹੀਦਾ। ਹਾਂਜੀ, ਉੱਤੇ ਵਿੱਚ ਕੇਸਰ ਕੂਸਰ ਪਾਇਆ ਹੋਵੇ ਤਾਂ ਗੱਲ ਵੱਖਰੀ ਹੈ। ਤੇ ਜੇ ਗੁਰੂ ਘਰ 'ਚ ਖੀਰ ਬਣੀ ਹੈ ਤਾਂ ਕੌਲਾ ਭਰ ਕੇ ਪਹਿਲਾਂ ਉਹਦੇ ਲਈ ਆਉਣਾ। ਇਹਨਾਂ ਨੂੰ ਇਹ ਪਤਾ ਆ ਵੀ ਗੋਲਕ ਕਿਵੇਂ ਇਕੱਠੀ ਕਰਨੀ। ਉੱਤੇ ਲਿਖਿਆ ਜਾਣਾ ਗੁਰੂ ਘਰ ਦੀ ਸੇਵਾ ਚੱਲ ਰਹੀ ਆ ਵੀ 1 ਤੋਲਾ ਸੋਨਾ ਸੇਵਾ ਕਰੋ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹਾਂਜੀ, ਨਾ 1 ਤੋਲਾ ਸੋਨਾ ਹੋਵੇ ਤੇ ਨਾ ਉਹ ਸੇਵਾ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰ ਸਕੇ ਤੇ ਭਾਈ ਪੱਲੇ ਵਰਗੇ ਨੂੰ ਕੌਣ ਪੁੱਛੂਗਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੱਲ ਨਾਲ ਲਾਇਆ ਸੀ ਤੁਹਾਡੇ ਤੋਂ ਪਿੰਡ ਅੰਮ੍ਰਿਤਸਰ ਤੋਂ ਥੋੜੀ ਦੂਰ। ਇਹਨਾਂ ਨੂੰ ਉਹ ਸਟੋਰੀਆਂ ਲਿਖਣੀਆਂ ਚਾਹੀਦੀਆਂ, ਉਹਦੀ ਥਾਂ ਤੇ 1 ਤੋਲਾ ਸੋਨਾ ਦਵੋ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹ, ਉਹ ਸਦਕੇ ਤੁਹਾਡੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਦੇਣ ਵਾਲੇ ਹੋ। ਉਹਨੇ ਇਹਨਾਂ ਨੂੰ ਪੁੱਛ ਕੇ ਖੁਸ਼ੀਆਂ ਦੇਣੀਆਂ, ਜਿਹਨੂੰ ਦੇਣੀਆਂ ਉਹ ਦਿੰਦਾ ਦੇ ਲੈਂਦਾ ਥੱਕ ਪਾਏ ਜੁਗਾ ਜਗੰਤਰ ਖਾਏ। ਜਿਹਨੂੰ ਉਹਨੇ ਖੁਸ਼ੀਆਂ ਦੇਣੀਆਂ ਦੇ ਹੀ ਦੇਣੀਆਂ। ਤੁਹਾਡੇ ਵਰਗੇ ਵਿਚੋਲਿਆਂ ਨੂੰ ਨਹੀਂ ਪੁੱਛਣਾ ਉਹਨੇ। ਖੈਰ ਨਹੀਂ ਵੇ, ਬੜਾ ਜ਼ਿਕਰ ਉਹਨੇ ਸਦਭਾਵਨਾ ਦਲ ਵਾਲਿਆਂ ਨੇ ਕਿਹਾ ਕਿ ਇਹ ਸਾਡਾ ਇਤਿਹਾਸਕ ਧਰੋਹਰ ਹੈ ਤੇ ਇਹਦੀ ਹੁਣ ਪੂਰੀ ਖੁਦਾਈ ਕਰਕੇ ਵੇਖਿਆ ਜਾਣਾ ਚਾਹੀਦਾ ਕਿ ਥੱਲੇ ਕੀ ਹੈ, ਕੀ ਨਿਕਲਦਾ, ਕੀ ਨਹੀਂ ਨਿਕਲਦਾ। ਔਰ ਵਧੀਆ ਗੱਲ ਹੋਈ। ਚਲੋ ਜੋ ਵੀ ਬਹਿਸ ਬਸਈਏ ਦੇ ਵਿੱਚੋਂ ਨਿਕਲੀ ਹੈ ਗੱਲ, ਪਰ ਇਹ ਪਤਾ ਲੱਗ ਗਿਆ ਕਿ ਉੱਥੇ ਕੌਣ ਨੇ ਸੇਵਾਦਾਰਾਂ ਦੇ ਰੂਪ ਦੇ ਵਿੱਚ, ਕੌਣ ਨੇ ਤੇ ਲੱਠਮਾਰ ਕੌਣ ਨੇ, ਤੇ ਸਿੱਖੀ ਦੇ ਕਿੰਨੇ ਕੁ ਅਸਲੀ ਉਹ ਪਹਿਰੇਦਾਰ ਨੇ ਜਿਨ੍ਹਾਂ ਨੂੰ ਲੱਠਮਾਰ
ਲੱਠਾਂ ਦੇ ਕੇ ਉੱਥੇ ਬਿਠਾਇਆ ਜਾਂ ਸੇਵਾ ਕਰਨ ਵਾਸਤੇ ਬਿਠਾਇਆ। ਖੈਰ ਭੱਟੀ ਸਾਹਿਬ, ਇੱਕ ਬੜਾ ਅਹਿਮ ਕੁਐਸਚਨ ਹੈ ਜਿਹੜਾ ਆਪਾਂ ਇਹ ਤਾਂ ਕਰ ਲਿਆ, ਕਿਸਾਨੀ ਮੋਰਚੇ ਦੀ ਗੱਲ ਕਰੀਏ ਕਿਉਂਕਿ ਬੜਾ ਅਹਿਮ ਮਹੱਤਵਪੂਰਨ ਮੋਰਚੇ ਦਾ ਪੜਾਅ ਚੱਲ ਰਿਹਾ ਔਰ ਹੁਣ ਜਿਹੜਾ ਮੋਰਚੇ ਨੇ ਗ੍ਰਿਫਤਾਰੀਆਂ ਦੇਣੀਆਂ ਨੇ ਉਸ ਨੂੰ ਲੈ ਕੇ ਜਿਵੇਂ 26 ਜਨਵਰੀ ਵਾਲਾ ਮਾਹੌਲ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੁਝ ਫਿਰ ਉਲਾਰ ਜਿਹਾ ਵੇਖਣ ਨੂੰ ਮਿਲਿਆ। ਬੜੀ ਸ਼ਾਂਤੀ ਜੀ ਬਣੀ ਸੀ 26 ਤਰੀਕ ਤੋਂ ਬਾਅਦ, ਅੰਨੀ ਐਨ ਤਾਰਪੀਡੋ ਹੋ ਕੇ ਇੱਕ ਵਾਰੀ, ਤੇ ਹੁਣ ਆਹ ਫਿਰ ਜਿਹੜਾ ਉਹਨਾਂ ਨੇ ਗ੍ਰਿਫਤਾਰੀਆਂ ਦੇਣੀਆਂ ਨੇ ਉਹਦੇ ਉੱਤੇ ਚਰਚਾ ਚੱਲ ਰਹੀ ਹੈ। ਪਰ ਉਦੋਂ ਪਹਿਲਾਂ ਗੁਰਨਾਮ ਸਿੰਘ ਚੜੂੰਨੀ 7 ਦਿਨਾਂ ਲਈ ਜਿਹੜੇ ਮੁਅੱਤਲ ਹੋਏ ਨੇ ਉਹਦੇ ਉੱਤੇ, ਕਿਉਂਕਿ 2-3 ਦਿਨ ਤਾਂ ਲੰਘ ਗਏ, ਲੋਕਾਂ ਦੀ ਆਵਾਜ਼ ਮੁਤਾਬਕ ਹੀ ਮੋਰਚੇ ਨੂੰ ਸਲਾਹ ਦੇ ਰਿਹਾ ਸਾਂ ਚੜੂੰਨੀ, ਪੰਜਾਬ ਵਿੱਚ ਮਿਸ਼ਨ ਪੰਜਾਬ ਤਹਿਤ ਚੋਣਾਂ ਲਈ ਪ੍ਰਚਾਰ ਕਰਦਾ ਰਵਾਂਗਾ। ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਹ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਨਾ, ਉਹ ਗੱਲ ਕਰਾਂਗੇ ਆਪਾਂ ਪਰਸੋਂ। ਹਾਂ ਚਲੋ ਠੀਕ ਆ। ਉਹ ਗੱਲ ਹੈਗੀ ਗੁਰਦੇਵ ਸਿੰਘ ਸਿੱਧੂ ਦੀ ਗੱਲ ਕੀਤੀ ਸੀ ਜਿਹੜੀ। ਹਾਂ, ਗੁਰਦੇਵ ਸਿੰਘ ਸਿੱਧੂ ਵਾਲੀ ਗੱਲ ਜਿਹੜੀ ਆ ਉਹ ਲਗਭਗ ਸਹੀ ਇਸ ਕਰਕੇ ਕਹਾਂਗੇ ਆਪਾਂ, ਅੰਮ੍ਰਿਤਸਰ ਦੇ ਵਿੱਚ ਜਿਹੜਾ ਪਹਿਲਾ ਸਰੋਵਰ ਦੀ ਖੁਦਾਈ ਕੀਤੀ ਉਹ ਪਹਿਲਾ ਸਰੋਵਰ ਸੰਤੋਖ ਸਾਹਿਬ ਨੇ 40 ਸਾਲ ਪਹਿਲਾਂ। ਹਾਂਜੀ ਹਾਂਜੀ। ਉਹ ਸਰੋਵਰ ਦੀ ਖੁਦਾਈ ਮੁੜ ਕੇ ਜਦੋਂ ਗੁਰੂ ਅਮਰਦਾਸ ਜੀ ਕੋਈ ਠੀਕ ਨਹੀਂ ਸੀ ਤੇ ਉਹਨਾਂ ਬੁਲਾ ਲਿਆ ਗੁਰੂ ਰਾਮਦਾਸ ਜੀ ਨੂੰ ਆਪਣੇ ਕੋਲੇ ਉੱਥੇ ਗੋਇੰਦਵਾਲ ਸਾਹਿਬ, ਤੇ ਦੁਬਾਰਾ ਫਿਰ ਉਹਦੀ ਖੁਦਾਈ ਛੱਡ ਕੇ ਤੇ ਜਿਹੜਾ ਦਰਬਾਰ ਸਾਹਿਬ ਸਰੋਵਰ ਇਹਦੀ ਕੀਤੀ ਸੀ ਖੁਦਾਈ। ਜੀ ਜੀ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਿਰ ਉਹਦੀ ਖੁਦਾਈ ਜਿਹੜੀ ਅਧੂਰੀ ਸੀ ਪੂਰੀ ਕੀਤੀ ਸੀ, ਉਹਦੇ ਵਿੱਚ ਵੀ ਥੱਲੇ ਇੱਕ ਇਸੇ ਤਰ੍ਹਾਂ ਹੀ ਸੰਤ ਨਿਕਲਿਆ ਸੀ ਜਿਹਦੇ ਨਾਮ ਸੰਤੋਖ ਸਿੰਘ ਰੱਖਿਆ ਗਿਆ ਜੀ। ਉਹ ਵੀ ਆਪਾਂ ਗੱਲ ਕਰਾਂਗੇ, ਲੰਮੀ ਚੌੜੀ ਗੱਲ ਕਰਾਂਗੇ, ਆਪਾਂ ਇਹ ਵੀ ਗੱਲ ਕਰਾਂਗੇ, ਨਾਲ ਇੱਕ ਦੋ ਗੱਲ ਹੋਰ ਵੀ ਕਰਾਂਗੇ। ਆਪਾਂ ਜਿੱਦਾਂ ਤੱਕ ਸਾਡੇ ਸ਼ਨੀਵਾਰ ਦਾ ਤੁਹਾਡੇ ਹੁੰਦਾ ਸ਼ੁੱਕਰਵਾਰ ਸ਼ਾਮ ਰਾਤ ਨੂੰ ਰੀਝਾਂ ਲਾਵਾਂਗੇ, ਖੁੱਲਾ ਸਮਾਂ ਹੁੰਦਾ ਆਪਣੇ ਕੋਲ। ਹੁਣ ਜਿਹੜੀ ਗੱਲ ਤੁਸੀਂ ਚੜੂੰਨੀ ਸਾਹਿਬ ਦੀ ਕੀਤੀ ਹੈ, ਚੜੂੰਨੀ ਸਾਹਿਬ ਨੇ ਇੰਨੀ ਗੱਲ ਕੀਤੀ ਮਿਸ਼ਨ ਪੰਜਾਬ ਲੈ ਕੇ ਚੱਲੋ, ਲੇਕਿਨ ਆਪਾਂ ਅੱਗੇ ਵੀ ਗੱਲ ਕੀਤੀ ਕਿ ਪਿਛਲਾ ਇਤਿਹਾਸ ਫਰੋਲ ਕੇ ਵੇਖ ਲਓ, ਜਦੋਂ ਵੀ ਕਿਸਾਨ ਨੇ ਇਲੈਕਸ਼ਨ ਲੜੀ ਆ ਤੇ ਇਲੈਕਸ਼ਨ 'ਚ ਬੜੀ ਬੁਰੀ ਤਰ੍ਹਾਂ ਹਾਰ ਹੋਈ। ਚੜੂੰਨੀ ਸਾਹਿਬ ਨੇ 2019 ਦੇ ਵਿੱਚ ਲਾਡਵਾਸ ਵਿੱਚ ਕਿੱਥੋਂ ਦਾ ਹਲਕਾ ਸੀ ਜਿੱਥੋਂ ਇਲੈਕਸ਼ਨ ਲੜੀ, ਜਿੱਥੇ ਆਪਣਾ ਇਹਨਾਂ ਦਾ ਪਿੰਡ ਸੀ, ਜਿੱਥੇ ਆਪਣਾ ਘਰ ਸੀ, 1,37,000 ਵੋਟਾਂ ਪੋਲ ਹੋਈਆਂ ਤੇ ਚੜੂੰਨੀ ਸਾਹਿਬ ਨੂੰ 1% 1370 ਵੋਟਾਂ ਨਹੀਂ ਸੀ ਮਿਲੀਆਂ। ਜੇ ਨਹੀਂ ਮਿਲਿਆ ਚੜੂੰਨੀ ਸਾਹਿਬ, ਤੁਹਾਨੂੰ ਪਤਾ ਵੀ ਕਿਸਾਨਾਂ ਨੂੰ ਲੋਕ ਕਿੰਨੀ ਕੁੱਟ। ਜੇ ਅਸੀਂ ਕਹਿ ਦਈਏ ਕਿ ਉੱਥੇ 32 ਦੀਆਂ 32 ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਮੰਚ ਬਣਾ ਕੇ ਇਲੈਕਸ਼ਨ ਲੜਨ, ਉਹ ਨਹੀਂ ਹੋ ਸਕਦਾ ਕਿਉਂਕਿ ਉਹ ਵੱਖ-ਵੱਖ ਪਰ ਵਿਚਾਰਧਾਰਾ ਜੁੜੀਆਂ ਨੇ। ਕੋਈ ਅਕਾਲੀਆਂ ਨਾਲ ਜੁੜਿਆ, ਕੋਈ ਆਪ ਨਾਲ ਜੁੜਿਆ, ਕੋਈ ਕਾਂਗਰਸ ਨਾਲ ਜੁੜਿਆ, ਸਾਰੇ ਉਹ ਲੋਕ ਬੈਠੇ ਨੇ। ਜਦੋਂ ਇਹ ਗੱਲ ਚੱਲੀ ਸਾਰਿਆਂ ਨੇ ਜੱਡੂਆਂ ਦੀ ਪਸੇਰੀਆਂ ਨੂੰ ਖੰਦਰ ਪੁੰਦਰ ਜਾਣਾ ਮੋਰੇ ਫਿੱਟ ਹੋਏ ਕਰਕੇ ਬਿਲਕੁਲ ਰਾਜੇਵਾਲ ਨੇ ਇਸੇ ਕਰਕੇ ਕਿਹਾ ਕਿ ਭਾਈ ਸਾਡਾ ਏਜੰਡਾ ਇਸ ਵੇਲੇ ਸਿਰਫ ਇਹ ਨਹੀਂ ਹੈਗਾ, ਸਾਡਾ ਏਜੰਡਾ ਸਿਰਫ ਇਸ ਵੇਲੇ ਹੈਗਾ ਵਾ ਕਾਨੂੰਨ ਰੱਦ ਕਰਾਉਣੇ ਵਾਸਤੇ। ਸਾਡਾ ਉਹ ਮੱਛੀ ਦੀ ਅੱਖ ਉਹਦੇ ਨਾ ਉਹਦੇ ਤੇ ਧਿਆਨ ਆ ਬਸ, ਬਾਕੀ ਕੋਈ ਨਹੀਂ ਹੈਗਾ। ਬਾਕੀ ਨਾ ਤੁਸੀਂ ਘਬਰਾਹ ਕਰੋ। ਉਹਨਾਂ ਨੂੰ ਪੁੱਛਿਆ ਗਿਆ ਜੀ ਤੁਹਾਡੇ ਬਾਰੇ ਕਿਹਾ ਗਿਆ ਸੀ ਵੀ ਤੁਸੀਂ ਆਮ ਆਦਮੀ ਪਾਰਟੀ, ਉਹਨੇ ਹੱਥ ਜੋੜ ਕੇ ਕਹਿੰਦਾ ਜੀ ਇਹ ਜਿਹੜਾ 37 ਹੋਏਗਾ ਨਾ ਤਾਂ ਆਪਣੇ ਦਾ ਬੀਜੇਪੀ ਦਾ ਪਿੱਛੇ ਨੇ ਵੱਖ-ਵੱਖ ਚੈਨਲਾਂ ਦੇ ਉੱਤੇ ਉਹ ਆਪਣੇ ਕੋਲ ਖਬਰਾਂ ਦਿੰਦੇ। ਮੇਰਾ ਕੋਈ ਇਰਾਦਾ ਨਹੀਂ, ਨਾ ਮੇਰੀ ਆਮ ਆਦਮੀ ਪਾਰਟੀ ਨੇ ਕਦੀ ਕੋਈ ਗੱਲ ਹੋਈ ਹੈ, ਨਾ ਮੈਂ ਇਲੈਕਸ਼ਨ ਲੜਨੀ, ਮੇਰਾ ਤੇ ਅਸਲ ਇਹਨਾਂ ਕਾਨੂੰਨ ਰੱਦ ਕਰਾਉਣਾ ਜੀ। ਚੜੂੰਨੀ ਸਾਹਿਬ ਕੀ ਕਹਿੰਦੇ ਆ? ਉਹ ਕਹਿੰਦੇ ਨਹੀਂ, ਮੈਂ ਇਲੈਕਸ਼ਨ ਲੜਾਂਗਾ, ਮੈਂ ਪ੍ਰਚਾਰ ਕਰੂੰਗਾ ਵੀ ਕਿਸਾਨਾਂ ਦਾ ਖਿਆਲ ਰੱਖੋ ਜੀ। ਕਿਸਾਨਾਂ ਨੂੰ ਜਿਹੜੇ ਉਮੀਦਵਾਰ ਨੂੰ ਵੋਟਾਂ ਪਾਉਂਦੇ ਸੀ ਉਹ ਪੰਜਾਬ 'ਚ ਪੂਰਾ ਢਈਆ ਕੱਟ ਚੁੱਕੀ ਵੀ ਸੀ ਇਲੈਕਸ਼ਨ ਲੜਨੀ ਜੀ। ਚਲੋ ਹਾਲ ਦੀ ਘੜੀ ਉਹਨਾਂ ਨੂੰ 7 ਦਿਨ ਵਾਸਤੇ ਸਸਪੈਂਡ ਕੀਤਾ ਕਿ ਤੁਸੀਂ ਸੰਯੁਕਤ ਮੋਰਚੇ ਦੇ ਨਿਯਮਾਂ ਤੇ ਰਵਾਇਤਾਂ ਦੇ ਖਿਲਾਫ ਚੱਲ ਰਹੇ ਜੀ। ਉਹਨਾਂ ਕਿਹਾ ਜੀ ਮੈਂ ਗਲਤ ਕੁਛ ਨਹੀਂ ਕੀਤਾ, ਲੇਕਿਨ ਜੋ ਵੀ ਸੰਯੁਕਤ ਮੋਰਚੇ ਦੇ ਫੈਸਲੇ ਹੋਣਗੇ ਉਹਨਾਂ ਤੇ ਅਸੀਂ ਖਰੇ ਉਤਰਾਂਗੇ, ਪੂਰੇ ਉਤਰਾਂਗੇ, ਸੰਯੁਕਤ ਮੋਰਚੇ ਦੇ ਨਾਲ ਆ। ਲੇਕਿਨ ਆਹ ਜਿਹੜੀ ਚੋਣਾਂ ਦੀ ਗੱਲ ਕਰਦਾ ਇਹ ਮੈਂ ਕਰਦਾ ਰਹਾਂ। ਭੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਸ਼ਾਮ ਨੂੰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।